परमेश्वर इस्तेमाल करेगा? कि परमेश्वर उच्चा करेगा? परमेश्वर आशीष देगा सब तो पहला दीन लोकां नूं, घमंडियां नूं नहीं। दूसरा आग्याकारी लोकां नूं। तीसरा टुੱਟੇ ਅਤੇ ਪਿਸੇ ਹੋਏ ਲੋਕਾਂ ਨੂੰ। ਪਰਮੇਸ਼ਵਰ ਜਦੋਂ ਇੱਕ ਵਿਅਕਤੀ ਨੂੰ ਆਸ਼ੀਸ਼ ਦਿੰਦਾ ਹੈ ਉਸ ਨੂੰ ਤੋੜਦਾ ਹੈ। ਤੁਹਾਡੇ ਵਿੱਚੋਂ ਕੋਈ ਚਾਹੁੰਦਾ ਹੈ ਕਿ ਪਰਮੇਸ਼ਵਰ ਮੈਨੂੰ ਆਸ਼ੀਸ਼ ਦੇਵੇ ਇਸ ਤਰ੍ਹਾਂ? ਇਹਦਾ ਫਾਰਮੂਲਾ ਕੀ ਜਾਣਦੇ ਹੋ? ਸਭ ਤੋਂ ਪਹਿਲਾਂ ਟੁੱਟਣਾ ਹੈ। ਜਿਹੜੀ ਜ਼ਮੀਨ ਟੁੱਟੇਗੀ ਨਹੀਂ, ਦੱਸੋ, ਉਹ ਫਸਲ ਨਹੀਂ ਉਗਾਏਗੀ। ਜਿਹੜਾ ਬੱਦਲ ਫਟੇਗਾ ਨਹੀਂ, ਉਹ ਮੀਂਹ ਨਹੀਂ ਬਰਸਾਏਗਾ। ਜਿਹੜੀ ਕਣਕ ਨਹੀਂ ਪੀਸੇਗੀ, ਉਹ ਭੁੱਖ ਨੂੰ ਮਿਟਾ ਨਹੀਂ ਸਕੇਗੀ। ਜਿਹੜਾ ਗੰਨਾ ਪਿਸੇਗਾ ਨਹੀਂ, ਉਹ ਰਸ ਨਹੀਂ ਦੇਗਾ। ਜਿਹੜਾ ਦਾਖ ਕੁਚਲਿਆ ਨਾ ਜਾਵੇ, ਉਹ ਰਸ ਨਹੀਂ ਦੇ ਸਕਦਾ। ਜਦੋਂ ਤੱਕ ਅਸੀਂ ਕੁਚਲੇ ਨਹੀਂ ਜਾਵਾਂਗੇ, ਟੁੱਟੇ ਨਹੀਂ ਜਾਵਾਂਗੇ, ਮਸਲੇ ਨਹੀਂ ਜਾਵਾਂਗੇ, ਤੁਹਾਡਾ ਅਤੇ ਮੇਰਾ ਆਸ਼ੀਸ਼ ਨੂੰ ਪਾਉਣਾ ਬਹੁਤ ਹੀ ਮੁਸ਼ਕਿਲ ਹੈ। ਪਿਆਰਿਓ, ਮੈਂ ਪੁੱਛਦਾ ਹਾਂ, ਜਿਨ੍ਹਾਂ ਨੂੰ ਪਰਮੇਸ਼ਵਰ ਨੇ ਆਸ਼ੀਸ਼ ਦਿੱਤੀ, ਜਿਨ੍ਹਾਂ ਨੂੰ ਪਰਮੇਸ਼ਵਰ ਨੇ ਉੱਚਾ ਕੀਤਾ, ਪਰਮੇਸ਼ਵਰ ਦੁਆਰਾ ਇਸਤੇਮਾਲ ਕੀਤੇ ਗਏ ਲੋਕ ਜਿਹੜੇ ਬਾਈਬਲ ਦੇ ਵਿੱਚ ਹੈ, ਉਹ ਪਹਿਲਾਂ ਤੋੜੇ ਗਏ। ਫਿਰ ਪਿੱਛੇ ਵੇਖਦੇ ਹਾਂ, ਪਰਮੇਸ਼ਵਰ ਨੇ ਅਬਰਾਹਮ ਨਾਲ ਵਾਅਦਾ ਕੀਤਾ ਕਿ ਮੈਂ ਤੈਨੂੰ ਪੁੱਤਰ ਦਿਆਂਗਾ। ਵਾਅਦਾ ਤਾਂ ਪਰਮੇਸ਼ਵਰ ਨੇ ਕੀਤਾ, ਲੇਕਿਨ ਅਬਰਾਹਮ ਨੂੰ ਤੋੜਿਆ। ਪਿਆਰਿਓ, ਕਿੰਨੇ ਸਮੇਂ ਤੱਕ? 25 ਸਾਲਾਂ ਤੱਕ ਟੁੱਟ ਗਿਆ। ਪਿਆਰਿਓ, 25 ਸਾਲਾਂ ਤੱਕ ਤੋੜੇ ਜਾਣ ਤੋਂ ਬਾਅਦ ਅਤੇ ਪੀਸੇ ਜਾਣ ਤੋਂ ਬਾਅਦ ਪਰਮੇਸ਼ਵਰ ਅਬਰਾਹਮ ਦੇ ਵਿਸ਼ਵਾਸ ਨੂੰ ਵੇਖ ਕੇ ਖੁਸ਼ ਹੋ ਕੇ ਉਸਨੇ ਪੁੱਤਰ ਦਿੱਤਾ। ਯੂਸਫ ਨੂੰ ਪਰਮੇਸ਼ਵਰ ਨੇ ਆਸ਼ੀਸ਼ ਦੇਣੀ ਹੈ, ਆਪਣੇ ਹੱਥਾਂ ਨਾਲ ਉਸ ਦਾ ਇਸਤੇਮਾਲ ਕਰਨਾ ਹੈ। ਇਸ ਤੋਂ ਪਹਿਲਾਂ ਪਰਮੇਸ਼ਵਰ ਨੇ ਉਸ ਨੂੰ ਤੋੜਿਆ। ਪਿਆਰਿਓ, ਉਹਦੇ ਭਰਾਵਾਂ ਨੇ ਉਹਦੇ ਨਾਲ ਵੈਰ ਕੀਤਾ, ਉਹਦੀ ਨਿੰਦਾ ਕੀਤੀ ਗਈ, ਜ਼ਖਮੀ ਕੀਤਾ ਗਿਆ, ਸ਼ਰਮਿੰਦਾ ਕੀਤਾ ਗਿਆ, ਵੇਚ ਦਿੱਤਾ ਗਿਆ, ਅਨਾਥ ਅਤੇ ਇਕੱਲਾ ਹੋ ਗਿਆ। ਦੂਸਰੇ ਦੇਸ਼ ਵਿੱਚ ਬੇਗਾਨੇ ਵਿਅਕਤੀ ਦੇ ਕੋਲ ਇੱਕ ਨੌਕਰ ਹੋ ਕੇ ਕੰਮ ਕਰਨਾ ਪਿਆ। ਅਨਿਆਏ ਦੇ ਨਾਲ ਉਹਦੇ ਉੱਪਰ ਇਲਜ਼ਾਮ ਵੀ ਲਾਇਆ ਗਿਆ ਅਤੇ ਉਸ ਨੂੰ ਜੇਲ੍ਹ ਵੀ ਜਾਣਾ ਪਿਆ। ਤੁਸੀਂ ਜਾਣਦੇ ਹੋ ਪਿਆਰਿਓ, 13 ਸਾਲਾਂ ਤੱਕ ਸਜ਼ਾ ਮਿਲੀ। ਪਰਮੇਸ਼ਵਰ ਨੇ ਉਸ ਨੂੰ ਤੋੜਿਆ। ਉਹਦੇ ਹੱਥ ਦੀਆਂ ਜੰਜੀਰਾਂ ਨੇ ਉਸ ਨੂੰ ਜ਼ਖਮੀ ਕਰ ਦਿੱਤਾ। ਇਸ ਤਰ੍ਹਾਂ ਬਾਈਬਲ 'ਚ ਲਿਖਿਆ ਹੈ। ਇੱਕ ਵਿਅਕਤੀ ਨੂੰ ਪਰਮੇਸ਼ਵਰ ਇਸਤੇਮਾਲ ਕਰਨ ਤੋਂ ਪਹਿਲਾਂ ਉਸ ਵਿਅਕਤੀ ਨੂੰ ਤੋੜਦਾ ਹੈ। ਦੂਸਰਾ, 17 ਸਾਲ ਦੀ ਉਮਰ ਦੇ ਵਿੱਚ ਪਰਮੇਸ਼ਵਰ ਨੇ ਦਾਊਦ ਦਾ ਅਭਿਸ਼ੇਕ ਕੀਤਾ। ਅਭਿਸ਼ੇਕ ਹੋਣ ਤੋਂ ਬਾਅਦ ਉਸਨੇ ਰਾਜੇ ਦੀ ਕੁਰਸੀ ਦੇ ਸਿੰਘਾਸਨ ਤੇ ਬੈਠਣਾ ਸੀ, ਪਰ ਨਾ ਬੈਠ ਸਕਿਆ। 5 ਸਾਲ ਬੀਤ ਗਏ, ਨਹੀਂ ਬੈਠ ਪਾਇਆ। 6 ਸਾਲ ਬੀਤ ਗਏ, ਨਹੀਂ ਬੈਠ ਪਾਇਆ। ਅਗਰ ਧਿਆਨ ਦੇ ਨਾਲ ਵੇਖਾਂਗੇ ਤਾਂ ਦਾਊਦ ਵੀ 13 ਸਾਲਾਂ ਤੱਕ ਸਤਾਇਆ ਗਿਆ। ਉਹਦਾ ਆਪਣਾ ਸਹੁਰਾ ਹੀ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਨ ਲੱਗਾ। ਉਹਦੀ ਆਪਣੀ ਪਤਨੀ ਨੇ ਹੀ ਬਹੁਤ ਹੀ ਉਸ ਨੂੰ ਨੀਚਾ ਦਿਖਾਇਆ, ਬੇਇੱਜ਼ਤੀ ਕੀਤੀ। ਉਹ ਸ਼ਰਮਿੰਦਾ ਹੋ ਗਿਆ। ਇਹਨਾਂ ਸਭ ਦੇ ਦੌਰਾਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਸ਼ਾਉਲ ਦੇ ਦੁਆਰਾ ਉਹ ਭਜਾਇਆ ਗਿਆ। ਉਸ ਨੂੰ ਜੰਗਲ ਦੇ ਵਿੱਚ ਰਹਿਣਾ ਪਿਆ। ਪਿਆਰਿਓ, ਜਿਸ ਨੇ ਗੋਲੀਅਤ ਵਰਗੇ ਨੂੰ ਮਾਰਿਆ, ਉਸੇ ਨੂੰ ਹੀ ਇੱਕ ਡਰਪੋਕ ਦੀ ਤਰ੍ਹਾਂ ਭੱਜਣਾ ਪਿਆ। ਉਹ ਡਰਪੋਕ ਨਹੀਂ ਸੀ। ਅਭਿਸ਼ੇਕਿਤ ਸ਼ਾਉਲ ਨੂੰ ਮੈਂ ਹੱਥ ਨਹੀਂ ਲਾਉਣਾ, ਇਸ ਫੈਸਲੇ ਕਾਰਨ ਉਸ ਨੂੰ ਭੱਜਣਾ ਪਿਆ। ਭੁੱਖੇ ਪਿਆਸੇ ਉਸ ਨੂੰ ਭਟਕਣਾ ਪਿਆ। ਪੀਸਿਆ ਗਿਆ। ਪਿਆਰਿਓ, ਧੁੱਪ ਵਿੱਚ, ਠੰਡ ਵਿੱਚ, ਮੀਂਹ ਦੇ ਵਿੱਚ ਕਿੰਨੇ ਸਾਲਾਂ ਤੱਕ ਜਾਣਦੇ ਹੋ? 13 ਸਾਲਾਂ ਤੱਕ। ਇਧਰ ਯੂਸਫ ਵੀ ਸਤਾਇਆ ਗਿਆ, ਦੂਜੇ ਪਾਸੇ ਦਾਊਦ ਵੀ ਸਤਾਇਆ ਗਿਆ। ਦੇਸ਼ ਤੇ ਰਾਜ ਕਰਨ ਵਾਲੇ ਅਹੁਦੇ ਤੱਕ ਪਹੁੰਚਣ ਵਾਲਾ ਮੂਸਾ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਪਰਮੇਸ਼ਵਰ ਦੀ ਪ੍ਰਜਾ ਦੇ ਹੱਕ ਵਿੱਚ ਰਹਿ ਕੇ ਉਹਨਾਂ ਨੂੰ ਛੁਡਾਉਣਾ ਹੈ। ਐਸੀ ਆਸ ਹੋਣ ਦੇ ਕਾਰਨ, ਆਪਣੇ ਗੁੱਸੇ ਦੇ ਕਾਰਨ ਅਤੇ ਕ੍ਰੋਧ ਕਾਰਨ ਉਸ ਮੌਕੇ ਨੂੰ ਉਸਨੇ ਗਵਾ ਲਿਆ ਅਤੇ ਉਹ ਜੰਗਲ ਦਾ ਵਾਸੀ ਬਣ ਗਿਆ ਅਤੇ 40 ਸਾਲਾਂ ਤੱਕ ਜੰਗਲ ਵਿੱਚ ਭੇਡਾਂ ਨੂੰ ਚਰਾਉਂਦੇ ਹੋਏ ਪੀਸਿਆ ਗਿਆ। ਪਿਆਰਿਓ, 40 ਸਾਲ ਦੇ ਲੰਬੇ ਸਮੇਂ ਤੱਕ ਉਸਨੇ ਦੁੱਖ ਸਹਿਆ। ਉਹ ਸਤਾਇਆ ਗਿਆ। ਪਿਆਰਿਓ, ਭੈਣੋ ਅਤੇ ਭਰਾਵੋ, ਪ੍ਰਭੂ ਯਿਸੂ ਮਸੀਹ ਤੁਹਾਡੇ ਅਤੇ ਮੇਰੇ ਲਈ ਉਹ ਸਤਾਇਆ ਗਿਆ, ਦੁਖੀ ਕੀਤਾ ਗਿਆ। ਇਸੇ ਲਈ ਤੁਹਾਡੇ ਅਤੇ ਮੇਰੇ ਲਈ ਆਸ਼ੀਸ਼ ਦਾ ਕਾਰਨ ਉଦ୍ਧਾਰਕਰਤਾ ਉਹ ਜਾਣਿਆ ਗਿਆ। ਇਸ ਲਈ ਮੈਂ ਇੱਕ ਗੀਤ ਲਿਖਿਆ, ਪੀਸਿਆ ਗਿਆ ਗੇਹੂੰ ਦਾ ਦਾਣਾ।
ਕੀ ਰੋਟੀ ਬਣ ਸਕਦਾ ਹੈ? ਪਿਘਲੇ ਬਿਨਾ ਮੋਮਬੱਤੀ ਕੀ ਰੋਸ਼ਨੀ ਦੇਵੇਗੀ? ਆਤਮਿਕ ਯਾਤਰਾ ਵਿੱਚ ਤੋੜਿਆ ਜਾਣਾ ਹੀ ਫਲ ਹੈ, ਵਰਦਾਨ ਹੈ। ਇਸ ਗੀਤ ਨੂੰ ਲਿਖਿਆ ਗਿਆ। ਪਿਆਰਿਓ, ਉਸ ਦਿਨ ਉਸ ਜਗ੍ਹਾ ਤੇ ਹਜ਼ਾਰਾਂ ਲੋਕ ਭੁੱਖ ਨਾਲ ਜਦੋਂ ਤੜਫ ਰਹੇ ਸੀ, ਯਿਸੂ ਮਸੀਹ ਨੇ ਉਹਨਾਂ ਨੂੰ ਭੋਜਨ ਦੇਣ ਦੀ ਇੱਛਾ ਕੀਤੀ ਅਤੇ ਯਿਸੂ ਮਸੀਹ ਨੇ ਪੁੱਛਿਆ, ਤੁਹਾਡੇ ਕੋਲ ਕੀ ਹੈ? ਅਤੇ 5 ਰੋਟੀਆਂ 2 ਮਛਲੀਆਂ ਨੂੰ ਲਿਆ ਕੇ ਯਿਸੂ ਮਸੀਹ ਨੂੰ ਦਿੱਤੀਆਂ ਗਈਆਂ। ਕੀ ਕੀਤਾ ਯਿਸੂ ਮਸੀਹ ਨੇ? ਉਸ ਰੋਟੀ ਨੂੰ ਲਿਆ, ਸਵਰਗ ਦੇ ਵੱਲ ਵੇਖਿਆ ਅਤੇ ਆਸ਼ੀਸ਼ ਦਿੱਤੀ। ਰੋਟੀ ਨੂੰ ਤੋੜਿਆ। ਰੋਟੀ ਦੇ ਤੋੜੇ ਜਾਣ ਤੋਂ ਬਾਅਦ ਬਹੁਤਿਆਂ ਲਈ ਆਸ਼ੀਸ਼ ਦਾ ਕਾਰਨ ਬਣੀ। ਪਰਮੇਸ਼ਵਰ ਤੁਹਾਡੇ ਜੀਵਨ ਨੂੰ ਤੋੜਨ ਦੇ ਹਾਲਾਤਾਂ ਦੇ ਵਿੱਚ ਲੈ ਕੇ ਜਾਂਦਾ ਹੈ। ਬਹੁਤੇ ਲੋਕਾਂ ਨੂੰ ਤੋੜਿਆ ਜਾਣਾ ਪਸੰਦ ਨਹੀਂ ਆ। ਮੁਸ਼ਕਿਲ ਚੋਂ ਨਿਕਲਣਾ ਉਹਨਾਂ ਨੂੰ ਪਸੰਦ ਨਹੀਂ। ਤਕਲੀਫਾਂ ਚੋਂ ਨਿਕਲਣਾ ਚੰਗਾ ਨਹੀਂ ਲੱਗਦਾ। ਸ਼ਰਮਿੰਦਗੀ ਚੋਂ ਹੋ ਕੇ ਨਿਕਲਣਾ ਪਸੰਦ ਨਹੀਂ ਆ। ਮੁਸ਼ਕਿਲਾਂ ਚੋਂ ਨਿਕਲ ਕੇ ਜਾਣਾ ਬਿਲਕੁਲ ਪਸੰਦ ਨਹੀਂ ਆ। ਉਹਨਾਂ ਤੋਂ ਬਚਣ ਦੇ ਲਈ ਅਤੇ ਉਹਨਾਂ ਤੋਂ ਦੂਰ ਰਹਿਣ ਦੀ ਇਹ ਬਹੁਤ ਕੋਸ਼ਿਸ਼ ਕਰਦੇ ਆ। ਇਸ ਲਈ ਧਿਆਨ ਦਿਓ, ਇਹ ਕਸ਼ਟ, ਇਹ ਕਲੇਸ਼, ਇਹ ਦੁੱਖ, ਇਹ ਵਿਪੱਤੀਆਂ, ਇਹ ਸਭ ਕੁਝ ਹੀ ਤੁਹਾਨੂੰ ਆਸ਼ੀਸ਼ ਦਾ ਕਾਰਨ ਬਣਾਉਣ ਦੇ ਲਈ ਹੀ ਪਰਮੇਸ਼ਵਰ ਇਹਨਾਂ ਨੂੰ ਭੇਜਦਾ ਹੈ। ਇਹ ਸੱਚ ਨੂੰ ਯਾਦ ਰੱਖੋ। ਤੁਸੀਂ ਦਾਊਦ ਨੂੰ ਵੇਖਿਆ, ਯੂਸਫ ਨੂੰ ਵੇਖਿਆ ਅਤੇ ਪ੍ਰਭੂ ਯਿਸੂ ਮਸੀਹ ਨੂੰ ਵੇਖਿਆ। ਇਹਨਾਂ ਸਭ ਦੇ ਵਿੱਚ ਇੱਕ ਗੱਲ ਸਾਨੂੰ ਕਿਹੜੀ ਦਿਖਾਈ ਦਿੰਦੀ ਹੈ? ਨਮਰਤਾ, ਦੀਨਤਾ ਦਾ ਸੁਭਾਅ, ਦੀਨਤਾ। ਅਬਰਾਹਮ ਹੋ ਸਕਦਾ, ਦਾਊਦ ਹੋ ਸਕਦਾ, ਮੂਸਾ ਹੋ ਸਕਦਾ, ਪਤਰਸ ਹੋ ਸਕਦਾ, ਯੂਹੰਨਾ ਹੋ ਸਕਦਾ, ਪਵਿੱਤਰ ਪ੍ਰਭੂ ਯਿਸੂ ਮਸੀਹ ਹੋ ਸਕਦੇ ਆ। ਇਹਨਾਂ 'ਚ ਇੱਕ ਖਾਸ ਗੱਲ ਦਿਖਾਈ ਦਿੰਦੀ ਹੈ, ਆਗਿਆਕਾਰੀਤਾ। ਪਿਤਾ, ਜੋ ਕੰਮ ਤੁਸੀਂ ਮੇਰੇ ਹੱਥਾਂ 'ਚ ਦਿੱਤਾ ਹੈ ਪੂਰਾ ਕਰ ਦਿੱਤਾ ਹੈ। ਇਸ ਤਰ੍ਹਾਂ ਪ੍ਰਭੂ ਨੇ ਕਿਹਾ ਕਦੋਂ ਜਾਣਦੇ ਹੋ? ਸ਼ੁੱਕਰਵਾਰ ਦੀ ਰਾਤ ਨੂੰ ਗਤਸਮਨੀ ਦੇ ਬਗੀਚੇ ਵਿੱਚ ਪ੍ਰਾਰਥਨਾ ਕਰਦੇ ਹੋਏ। ਯੂਹੰਨਾ 17 ਅਧਿਆਇ 'ਚ ਤੁਸੀਂ ਵੇਖ ਸਕਦੇ ਹੋ, ਪਿਤਾ, ਜੋ ਕੰਮ ਮੈਨੂੰ ਦਿੱਤਾ ਗਿਆ ਉਸ ਨੂੰ ਮੈਂ ਪੂਰਾ ਕੀਤਾ। ਆਗਿਆਕਾਰੀਤਾ। ਇੱਥੋਂ ਤੱਕ ਆਗਿਆਕਾਰੀ ਹੋਇਆ ਕਿ ਸਲੀਬੀ ਮੌਤ ਨੂੰ ਸਹਿਣ ਤੱਕ ਆਗਿਆਕਾਰੀ ਹੋਇਆ। ਪ੍ਰਭੂ ਆਗਿਆਕਾਰੀ ਰਿਹਾ। ਅਤੇ ਆਖਰ ਵਿੱਚ, ਜੇ ਪਰਮੇਸ਼ਵਰ ਦੁਆਰਾ ਇਸਤੇਮਾਲ ਹੋਣਾ ਚਾਹੁੰਦੇ ਹੋ ਫਰੈਂਡਸ, ਟੁੱਟਣਾ ਜ਼ਰੂਰੀ ਹੈ। ਉਸ ਦਿਨ ਯੂਸਫ ਤੋੜਿਆ ਗਿਆ। ਪਿਆਰਿਓ, ਕਿਸ ਤਰ੍ਹਾਂ ਤੋੜਿਆ ਗਿਆ ਤੁਸੀਂ ਜਾਣਦੇ ਹੋ। ਉਹਦੇ ਭਰਾਵਾਂ ਨੇ ਹੀ ਉਸ ਨਾਲ ਵੈਰ ਰੱਖਿਆ। ਉਹਦਾ ਮਨ ਟੁੱਟ ਗਿਆ। ਉਹ ਬਹੁਤ ਹੀ ਦੁਖੀ ਹੋਇਆ। ਭਰਾਵਾਂ ਨੇ ਹੀ ਉਸ ਨੂੰ ਵੇਚ ਦਿੱਤਾ। ਉਹ ਟੁੱਟ ਗਿਆ। ਪਿਆਰਿਓ, ਜੰਜੀਰਾਂ ਨਾਲ ਬੰਨ੍ਹਿਆ ਗਿਆ ਅਤੇ ਗੁਲਾਮ ਬਣਾ ਦਿੱਤਾ ਗਿਆ। ਕੋਈ ਸਮਾਂ ਸੀ ਉਹ ਰਾਜਕੁਮਾਰਾਂ ਦੀ ਤਰ੍ਹਾਂ ਸੀ। ਲਾੜ ਪਿਆਰ ਨਾਲ ਪਾਲਿਆ ਗਿਆ ਅਤੇ ਰੰਗ ਬਰੰਗਾ ਅੰਗਰਖਾ ਪਵਾਇਆ ਗਿਆ। ਜਦੋਂ ਜੰਜੀਰਾਂ ਨਾਲ ਬੰਨ੍ਹ ਕੇ ਉਸ ਨੂੰ ਮਿਸਰ ਦੇਸ਼ ਦੇ ਵਿੱਚ ਲਿਜਾਇਆ ਜਾ ਰਿਹਾ ਸੀ, ਉਹਦਾ ਮਨ ਕਿੰਨਾ ਟੁੱਟ ਗਿਆ ਹੋਏਗਾ। ਪਿਆਰਿਓ, ਮੈਂ ਕੀ ਕੀਤਾ ਸੀ? ਮੈਂ ਕੀ ਕੀਤਾ? ਮੈਂ ਕਿਹੜੀ ਗਲਤੀ ਕੀਤੀ ਜਿਹਦੇ ਕਾਰਨ ਮੇਰੇ ਆਪਣੇ ਹੀ ਭਰਾਵਾਂ ਨੇ ਮੈਨੂੰ 20 ਚਾਂਦੀ ਦੇ ਸਿੱਕਿਆਂ ਲਈ ਵੇਚ ਦਿੱਤਾ? ਉਹਦਾ ਮਨ ਕਿੰਨਾ ਟੁੱਟਿਆ ਹੋਵੇਗਾ। ਅੱਜ ਕੋਈ ਹੈ ਸਾਡੇ ਵਿਚਕਾਰ? ਮੇਰੇ ਲੋਕ ਹੀ ਮੇਰੇ ਨਾਲ ਬੁਰਾ ਕਰ ਰਹੇ ਆ। ਮੇਰੇ ਲੋਕ ਮੇਰੀ ਨਿੰਦਾ ਕਰ ਰਹੇ ਆ। ਮੇਰੇ ਲੋਕ ਹੀ ਮੈਨੂੰ ਜ਼ਖਮੀ ਕਰ ਰਹੇ ਆ। ਮੇਰੇ ਲੋਕਾਂ ਨੂੰ ਮੈਨੂੰ ਸਮਝਣਾ ਚਾਹੀਦਾ ਸੀ ਪਰ ਨਹੀਂ ਸਮਝ ਰਹੇ। ਮੇਰੇ ਲੋਕਾਂ ਨੇ ਹੀ ਮੈਨੂੰ ਆਪ ਹੀ ਅਨਾਥ ਬਣਾ ਦਿੱਤਾ। ਤਾਂ ਸੁਣੋ, ਇਹ ਸਾਰੀਆਂ ਆਤਮਿਕ ਗੱਲਾਂ ਦੇ ਵਿੱਚ ਪਰਮੇਸ਼ਵਰ ਤੁਹਾਨੂੰ ਇਸਤੇਮਾਲ ਕਰਨ ਦੇ ਲਈ ਜੋ ਕੁਝ ਵੀ ਭੇਜਦਾ ਹੈ, ਤਜਰਬਾ ਹੈ। ਯਾਦ ਰੱਖੋ, ਉਸ ਦਿਨ ਯੂਸਫ ਇਹਨਾਂ ਤੋਂ ਬਚ ਨਹੀਂ ਪਾਇਆ। ਦਾਊਦ ਨੂੰ ਵੀ ਇਹਨਾਂ ਚੋਂ ਨਿਕਲ ਕੇ ਜਾਣਾ ਪਿਆ। ਦਾਊਦ ਨੂੰ ਪਿਤਾ ਦਾ ਪਿਆਰ ਨਹੀਂ ਮਿਲਿਆ, ਭਰਾਵਾਂ ਦਾ ਪਿਆਰ ਵੀ ਨਹੀਂ ਮਿਲਿਆ, ਨਾ ਭੈਣ ਭਰਾਵਾਂ ਦਾ ਪਿਆਰ ਮਿਲਿਆ। ਉਹ ਕਿੰਨਾ ਦੁਖੀ ਹੋਇਆ ਹੋਵੇਗਾ ਅਤੇ ਕਿੰਨਾ ਹੀ ਉਹ ਟੁੱਟ ਗਿਆ ਹੋਵੇਗਾ। ਅੱਜ ਕੋਈ ਸਾਡੇ ਵਿਚਕਾਰ ਹੈ? ਮੈਨੂੰ ਕੋਈ ਵੀ ਨਹੀਂ ਸਮਝਦਾ। ਨਾ ਭਰਾ ਪਿਆਰ ਕਰਦਾ, ਨਾ ਭੈਣ ਭਰਾ ਕਰਦੀ, ਨਾ ਪਰਿਵਾਰ ਦਾ ਕੋਈ ਜੀ ਪਿਆਰ ਕਰਦਾ। ਪਤਾ ਨਹੀਂ ਕਿਉਂ ਮੇਰੇ ਪਿਤਾ ਜੀ ਮੈਨੂੰ ਪਿਆਰ ਨਹੀਂ ਕਰਦੇ, ਨਾ ਹੀ ਮਾਂ ਪਿਆਰ ਕਰਦੀ ਹੈ। ਕੋਈ ਹੈ? ਜਾਂ ਫਿਰ ਮੇਰੀ ਪਤਨੀ ਮੇਰੀ ਪਰਵਾਹ ਨਹੀਂ ਕਰਦੀ, ਜਾਂ ਫਿਰ ਮੇਰਾ ਪਤੀ ਮੇਰਾ ਧਿਆਨ ਨਹੀਂ ਕਰਦਾ ਹੈ ਕੋਈ? ਤਾਂ ਫਿਰ ਸੁਣੋ, ਅਯੂਬ ਬਹੁਤ ਕੁਚਲਿਆ ਗਿਆ, ਬਹੁਤ ਹੀ ਤੋੜਿਆ ਗਿਆ ਅਤੇ ਉਸਦੀ ਪਤਨੀ ਨੇ ਆ ਕੇ ਅਯੂਬ ਨੂੰ ਕਿਹਾ, ਮਰ ਜਾ, ਤੇਰਾ ਜੀਣਾ ਹੀ ਬੇਕਾਰ ਹੈ, ਮਰਨਾ ਹੀ ਠੀਕ ਹੈ। ਉਹ ਕੁਚਲਿਆ ਗਿਆ। ਲੇਕਿਨ ਸੁਣੋ, ਉਹੀ ਅਯੂਬ ਸਭ ਕੁਝ ਸਹਿ ਕੇ, ਸਭ ਕੁਝ ਝੱਲ ਕੇ ਪਰਮੇਸ਼ਵਰ ਦੀ ਪਰਖ ਦੇ ਵਿੱਚ ਉਸਨੇ ਆਗਿਆਕਾਰੀਤਾ ਵਿਖਾਈ। ਟੁੱਟ ਗਿਆ, ਲੇਕਿਨ ਉਹ ਦੁੱਗਣੀਆਂ ਆਸ਼ੀਸ਼ਾਂ ਦਾ ਹਿੱਸੇਦਾਰ ਬਣਿਆ। ਅੱਜ ਕੋਈ ਸਾਡੇ ਵਿਚਕਾਰ ਹੈ ਕੁਚਲਿਆ ਜਾਣ ਵਾਲਾ, ਜਿਹੜੇ
ਪਤੀ ਦੇ ਦੁਆਰਾ ਕੁਚਲੇ ਜਾ ਰਹੇ ਆ, ਪਤਨੀ ਦੇ ਦੁਆਰਾ ਕੁਚਲੇ ਜਾ ਰਹੇ ਆ, ਭਰਾਵਾਂ ਦੇ ਦੁਆਰਾ ਕੁਚਲੇ ਜਾ ਰਹੇ ਹੋ, ਐਸਾ ਕੋਈ ਹੈ? ਇਹ ਆਤਮਿਕ ਜੀਵਨ ਦੇ ਵਿੱਚ ਆਮ ਹੈ। ਤੁਹਾਡੇ ਘਰ 'ਚ ਤੁਸੀਂ ਕੁਚਲੇ ਜਾ ਸਕਦੇ ਹੋ, ਤੁਹਾਡੀ ਨੌਕਰੀ ਤੇ ਕੁਚਲੇ ਜਾ ਸਕਦੇ ਹੋ, ਤੁਹਾਡੇ ਮਿੱਤਰ ਤੁਹਾਨੂੰ ਕੁਚਲਣ ਦੀ ਕੋਸ਼ਿਸ਼ ਕਰਨਗੇ। ਇਹ ਸਭ ਕੁਝ ਤੁਹਾਡੀ ਜਾਂਚ ਦੀ ਪ੍ਰਕਿਰਿਆ ਹੈ। ਪਰਮੇਸ਼ਵਰ ਤੁਹਾਨੂੰ ਪਰਖ ਰਿਹਾ ਹੈ। ਇਹ ਟੁੱਟੇ ਜਾਣ ਦੀ ਪ੍ਰਕਿਰਿਆ ਵਿੱਚ ਅਗਰ ਤੁਸੀਂ ਵਿਸ਼ਵਾਸ ਕਰੋਗੇ, ਜੇ ਤੁਸੀਂ ਵਿਸ਼ਵਾਸ ਨਾਲ ਅੱਗੇ ਵਧੋਗੇ ਤਾਂ ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਦੇਵੇਗਾ। ਅਯੂਬ ਬਹੁਤ ਤੋੜਿਆ ਗਿਆ, ਦਾਊਦ 13 ਸਾਲਾਂ ਤੱਕ, ਯੂਸਫ 13 ਸਾਲਾਂ ਤੱਕ। ਇੰਨਾ ਹੀ ਨਹੀਂ, ਪੌਲਸ ਵੀ ਉਧਾਰ ਪਾਉਣ ਤੋਂ ਬਾਅਦ 13 ਸਾਲਾਂ ਤੱਕ ਪਰਖ ਦੀ ਪ੍ਰਕਿਰਿਆ ਵਿੱਚੋਂ ਨਿਕਲਿਆ ਸੀ। ਇਸ ਤਰ੍ਹਾਂ ਬਾਈਬਲ ਦੇ ਵਿਦਵਾਨ ਦੱਸਦੇ ਆ। ਯਿਸੂ ਮਸੀਹ ਵੀ 30 ਸਾਲਾਂ ਤੱਕ ਆਪਣੇ ਜੀਵਨ 'ਚ ਪਿਤਾ ਦਾ ਸਹਾਰਾ ਹੋ ਕੇ, ਮਾਤਾ ਦਾ ਸਹਾਰਾ ਬਣ ਕੇ ਉਹ ਬਹੁਤ ਸਾਰੀਆਂ ਗੱਲਾਂ 'ਚ ਕੁਚਲਿਆ ਗਿਆ। ਉਸ ਤੋਂ ਬਾਅਦ ਵੀ ਅਸੀਂ ਜਾਣਦੇ ਕਿਸ ਤਰ੍ਹਾਂ ਕੁਚਲਿਆ ਗਿਆ। ਸੋ ਫਰੈਂਡਸ, ਜੇ ਚਾਹੁੰਦੇ ਹੋ ਕਿ ਪਰਮੇਸ਼ਵਰ ਸਾਨੂੰ ਆਸ਼ੀਸ਼ ਦੇਵੇ, ਸਭ ਤੋਂ ਪਹਿਲਾਂ ਇਹ ਹੋਣਾ ਚਾਹੀਦਾ ਹੈ ਨਮਰਤਾ, ਆਗਿਆਕਾਰੀ ਅਤੇ ਤੋੜੇ ਜਾਣ ਦਾ ਤਜਰਬਾ ਹੈ। ਪਿਆਰਿਓ, ਤੋੜੇ ਗਏ ਉਹ 5 ਰੋਟੀਆਂ ਤੇ 2 ਮੱਛੀਆਂ ਹਜ਼ਾਰਾਂ ਲੋਕਾਂ ਦੇ ਲਈ ਆਸ਼ੀਸ਼ ਦਾ ਕਾਰਨ ਬਣ ਗਈਆਂ। ਅੱਜ ਕੋਈ ਸਾਡੇ ਵਿਚਕਾਰ ਹੈ, ਮੈਂ ਟੁੱਟਿਆ ਜਾ ਰਿਹਾ ਹਾਂ ਬ੍ਰਦਰ, ਮੈਂ ਤੋੜਿਆ ਜਾ ਰਿਹਾ ਹਾਂ ਬ੍ਰਦਰ, ਆਰਥਿਕ ਤੰਗੀ ਵਿੱਚੋਂ ਨਿਕਲ ਕੇ ਜਾ ਰਿਹਾ ਹਾਂ, ਬਿਮਾਰੀ ਚੋਂ ਨਿਕਲ ਰਿਹਾ ਹਾਂ, ਸ਼ਰਮਿੰਦਾ ਕੀਤਾ ਜਾ ਰਿਹਾ ਹਾਂ, ਨਿੰਦਾ ਕੀਤੀ ਜਾ ਰਹੀ ਆ, ਸਹਿਨ ਨਹੀਂ ਕਰ ਸਕਦਾ। ਭੈਣੋ ਤੇ ਭਰਾਵੋ, ਹੌਸਲਾ ਰੱਖੋ। ਪਰਮੇਸ਼ਵਰ ਤੁਹਾਨੂੰ ਇਸਤੇਮਾਲ ਕਰੇਗਾ, ਆਸ਼ੀਸ਼ ਦੇਵੇਗਾ ਅਤੇ ਪਰਮੇਸ਼ਵਰ ਉੱਚਾ ਕਰੇਗਾ। ਜੇ ਇਸ ਤਰ੍ਹਾਂ ਸੋਚਦੇ ਹੋ, ਕੁਝ ਸਮੇਂ ਦੇ ਲਈ ਪਰਮੇਸ਼ਵਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਹਾਡੇ ਜੀਵਨ ਵਿੱਚ ਭੇਜਦਾ ਹੈ। ਤਜਰਬੇ ਦੇ ਨਾਲ ਤੁਸੀਂ ਜੇ ਇਹਦੇ ਤੇ ਜਿੱਤ ਪਾਓਗੇ, ਅਗਰ ਜਿੱਤ ਲਾਓਗੇ, ਪਰਮੇਸ਼ਵਰ ਨੇ ਜੋ ਤੁਹਾਡੇ ਲਈ ਰੱਖੀਆਂ ਹੈ ਉਹ ਆਸ਼ੀਸ਼ਾਂ ਸਾਰੇ ਬੰਧਨਾਂ ਨੂੰ ਤੋੜ ਕੇ ਤੁਹਾਡੇ ਲਈ ਆ ਜਾਣਗੀਆਂ। ਜੇ ਤੁਸੀਂ ਧਿਆਨ ਨਾਲ ਜਾਂਚੋਗੇ, 40 ਸਾਲ ਜੰਗਲ ਦੇ ਵਿੱਚ ਕੁਚਲੇ ਹੋਏ ਮੂਸਾ ਨੂੰ ਬੁਲਾਹਟ ਮਿਲੀ। ਕਿਉਂ? ਅਗੁਆ ਬਣਨ ਦੇ ਲਈ। 13 ਸਾਲ ਸਤਾਏ ਜਾਣ ਵਾਲੇ ਦਾਊਦ ਨੂੰ ਬੁਲਾਹਟ ਮਿਲੀ। ਕਾਹਦੇ ਲਈ? ਅਭਿਸ਼ੇਕ ਪਾਉਣ ਦੇ ਲਈ। 13 ਸਾਲ ਭਿਆਨਕ ਤਰੀਕੇ ਨਾਲ ਜਿਹੜਾ ਸਤਾਇਆ ਗਿਆ ਸੀ, ਉਸ ਯੂਸਫ ਨੂੰ ਬੁਲਾਹਟ ਮਿਲੀ। ਕੈਸੀ ਬੁਲਾਹਟ? ਉਸ ਦੇਸ਼ ਤੇ ਰਾਜ ਕਰਨ ਦੀ। 24 ਸਾਲ ਤੱਕ ਨਿਰਾਸ਼ਾ ਦੇ ਨਾਲ ਪਰੇਸ਼ਾਨ ਹੋ ਕੇ ਰਹਿਣ ਵਾਲੇ ਅਬਰਾਹਮ ਨੂੰ ਖੁਸ਼ਖਬਰੀ ਮਿਲੀ। ਉਹ ਕੀ ਸੀ? ਆਉਣ ਵਾਲੇ ਸਾਲਾਂ 'ਚ ਤੇਰੀ ਇੱਛਾ ਪੂਰੀ ਕਰਨ ਜਾ ਰਿਹਾ ਹਾਂ। ਇੱਕ ਪੁੱਤਰ ਮੈਂ ਦੇਣ ਜਾ ਰਿਹਾ ਹਾਂ, ਮੈਂ ਇੱਕ ਵਾਰਿਸ ਦੇਣ ਜਾ ਰਿਹਾ ਹਾਂ। ਉਸ ਪੁੱਤਰ ਦੇ ਦੁਆਰਾ ਮੈਂ ਸਾਰੀਆਂ ਜਾਤੀਆਂ ਨੂੰ ਆਸ਼ੀਸ਼ ਦੇਣ ਜਾ ਰਿਹਾ ਹਾਂ। ਯੈਸ, ਇੱਕ ਵਾਰ ਤੁਹਾਡੇ ਪਰਖ ਦਾ ਸਮੇਂ ਖਤਮ ਹੋਣ ਤੋਂ ਬਾਅਦ, ਸੁਣੋ ਫਰੈਂਡਸ, ਇੱਕ ਵਾਰ ਪਰਮੇਸ਼ਵਰ ਦੁਆਰਾ ਤੁਹਾਡੇ ਜੀਵਨ 'ਚ ਲਿਆਂਦੀਆਂ ਗਈਆਂ ਪ੍ਰੀਖਿਆ ਦਾ ਸਮੇਂ ਸਮਾਪਤ ਹੋਣ ਤੋਂ ਬਾਅਦ, 1 ਦਿਨ ਦੀ ਵੀ ਦੇਰੀ ਨਹੀਂ ਕਰੇਗਾ, 1 ਘੰਟੇ ਦੀ ਵੀ ਦੇਰੀ ਨਹੀਂ ਕਰੇਗਾ, 1 ਮਿੰਟ 1 ਸਕਿੰਟ ਵੀ ਦੇਰੀ ਨਹੀਂ ਕਰੇਗਾ। ਅੱਜ ਹੋ ਸਕਦਾ ਤੁਹਾਡੇ ਜੀਵਨ ਦੇ ਹਾਲਾਤ ਖਰਾਬ ਹੋਣ, ਚਾਹੇ ਮਰੁਸਤਲ ਦੀ ਤਰ੍ਹਾਂ ਹੋਵੇ, ਚਾਹੇ ਸੁੱਕ ਗਿਆ ਹੋਵੇ, ਹਰ ਗੱਲ 'ਚ ਤੁਸੀਂ ਨਿਰਾਸ਼ ਤੇ ਪਰੇਸ਼ਾਨ ਹੋ। ਤੁਹਾਡੇ ਜੀਵਨ 'ਚ ਕੁਝ ਵੀ ਕੱਲ ਦੇ ਬਾਰੇ ਸੋਚਣ ਤੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਹੈ, ਨਾ ਸੋਚ ਪਾ ਰਹੇ ਹੋ ਕਿ ਇਹ ਸੱਚ ਹੈ। ਪਿਆਰਿਓ, ਇੱਕ ਦਿਨ ਮੈਂ ਨਾਗਾਰਜੁਨ ਸਾਗਰ, ਹੁਣ ਨਹੀਂ ਕਈ ਸਾਲ ਪਹਿਲਾਂ, ਉਹ ਨਾਗਾਰਜੁਨ ਸਾਗਰ ਡੈਮ ਦੇ ਉੱਪਰੋਂ ਵੀ ਅਸੀਂ ਯਾਤਰਾ ਕਰਕੇ ਜਾ ਸਕਦੇ ਹਾਂ। ਇਸ ਤਰ੍ਹਾਂ ਜਾਂਦੇ ਸਮੇਂ ਮੈਂ ਜਦੋਂ ਵੇਖ ਰਿਹਾ ਸੀ ਤਾਂ ਇੱਕ ਪਾਸੇ ਉਹ ਬਹੁਤ ਹੀ ਡੂੰਘਾ ਸੀ, ਬਹੁਤ ਹੀ ਖਾਈ ਦੀ ਤਰ੍ਹਾਂ ਸੀ, ਸਭ ਕੁਝ ਸੁੱਕਿਆ ਹੋਇਆ ਸੀ, ਪੱਥਰ ਵਿਖ ਰਹੇ ਸੀ, ਦੂਰ ਤੱਕ ਕਿਤੇ ਵੀ ਕੋਈ ਪਾਣੀ ਦੀ ਖਾਈ ਨਹੀਂ ਦੇ ਰਿਹਾ ਸੀ, ਸਭ ਕੁਝ ਸੁੱਕਾ ਪਿਆ ਸੀ, ਮਰੁਸਥਲ ਦੀ ਤਰ੍ਹਾਂ। ਜਦੋਂ ਵੇਖਿਆ ਇਹ ਤਾਂ ਸਭ ਕੁਝ ਸੁੱਕਿਆ ਪਿਆ ਹੈ, ਮਰੁਸਥਲ ਦੀ ਤਰ੍ਹਾਂ ਹੈ, ਸਭ ਪੱਥਰ ਹੈ। ਠੀਕ ਹੈ, ਖੱਬੇ ਪਾਸੇ ਵੇਖਣ ਤੇ ਮਰੁਸਥਲ ਤੇ ਪੱਥਰ ਦਿਖਾਈ ਦਿੱਤੇ ਅਤੇ ਸੱਜੇ ਪਾਸੇ ਵੇਖਣ ਤੇ ਦੱਸੋ ਫੁੱਲ ਪਾਣੀ ਭਰਿਆ ਹੋਇਆ ਸੀ, ਪੂਰਾ ਪਾਣੀ ਭਰਿਆ ਸੀ। ਖੱਬੇ ਪਾਸੇ ਪੂਰਾ ਨਾਗਾਰਜੁਨ ਸਾਗਰ ਪੂਰਾ ਭਰਿਆ ਹੋਇਆ ਸੀ ਅਤੇ ਖੱਬੇ ਪਾਸੇ ਸੁੱਕਾ ਸੀ। ਇੱਕ ਦਿਨ ਆ ਹੀ ਗਿਆ, ਗੇਟ ਖੋਲ੍ਹਣੇ ਪਏ
ਗੇਟਾਂ ਨੂੰ ਖੋਲ੍ਹਣ ਦਾ ਸਮਾਂ ਆ ਗਿਆ। ਉਸ ਤੋਂ ਬਾਅਦ ਮੈਂ ਉੱਥੇ ਫਿਰ ਗਿਆ ਸੀ ਗੇਟ ਖੁੱਲ੍ਹਣ ਤੋਂ ਬਾਅਦ ਉਸ ਜਗ੍ਹਾ ਨੂੰ ਵੇਖਣ ਦੇ ਲਈ। ਪਿਆਰਿਓ, ਇਸ ਪਾਸੇ ਦਾ ਪਾਣੀ ਜਿਹੜਾ ਸੀ ਉਹ ਰੋਜ਼-ਰੋਜ਼ ਵੱਧਦਾ ਹੀ ਗਿਆ। ਇੱਕ ਸਮਾਂ ਆਇਆ, ਉਸ ਪਾਣੀ ਨੂੰ ਰਿਲੀਜ਼ ਕਰਨ ਦਾ ਸਮਾਂ ਆ ਗਿਆ। ਜਿਹੜਾ ਮਰੁਸਤਲ ਦੀ ਤਰ੍ਹਾਂ ਵਿਖਿਆ ਸੀ, ਜਿਹੜਾ ਬੰਜਰ ਲੱਗ ਰਿਹਾ ਸੀ, ਜਿਹੜਾ ਸੁੱਕਾ ਹੋਇਆ ਲੱਗ ਰਿਹਾ ਸੀ, ਉਹ ਪੂਰਾ ਇਲਾਕਾ ਬਹੁਤ ਹੀ ਪਾਣੀ ਦੇ ਨਾਲ ਉਹ ਪੂਰੀ ਜਗ੍ਹਾ ਭਰ ਦਿੱਤੀ ਗਈ। ਭਰਾਵੋ ਸੁਣ ਰਹੇ ਹੋ, ਭੈਣੋ ਸੁਣ ਰਹੇ ਹੋ, ਤੁਸੀਂ ਇੱਕ ਪਾਸੇ ਹੀ ਵੇਖ ਰਹੇ ਹੋ, ਉਹ ਵੀ ਸੁੱਕੀ ਹੋਈ ਜਗ੍ਹਾ ਦੇ ਵੱਲ, ਜਿਹੜਾ ਬੰਜਰ ਹੋ ਚੁੱਕਿਆ ਉਸ ਪਾਸੇ ਵੇਖ ਰਹੇ ਹੋ। ਖਰਾਬ ਹਾਲਾਤਾਂ ਨੂੰ ਤੁਸੀਂ ਵੇਖ ਰਹੇ ਹੋ, ਪਰ ਤੁਹਾਡੇ ਜਾਣੇ ਬਿਨਾਂ ਹੀ ਪਰਮੇਸ਼ਵਰ ਤੁਹਾਡੇ ਜੀਵਨ ਨੂੰ ਭਰਪੂਰ ਕਰਨ ਦੇ ਲਈ ਦੂਜੇ ਪਾਸੇ ਉੱਤਮ ਆਸ਼ੀਸ਼ਾਂ ਨੂੰ ਲੈ ਕੇ ਆਉਂਦੇ ਹੋਏ ਆ ਰਿਹਾ ਹੈ। ਪਰਮੇਸ਼ਵਰ ਦਾ ਸਹੀ ਸਮੇਂ ਆਏਗਾ, ਪਰਮੇਸ਼ਵਰ ਦਾ ਨਿਯੁਕਤ ਸਮਾਂ ਆਏਗਾ। ਆਸ਼ੀਸ਼ਾਂ ਦੇ ਗੇਟਾਂ ਨੂੰ ਖੋਲਣ ਦਾ ਦਿਨ ਆਏਗਾ। ਪਰਮੇਸ਼ਵਰ ਇਸ ਲਈ ਦੇਰੀ ਕਰ ਰਿਹਾ ਹੈ, ਇਸ ਲਈ ਇੰਤਜ਼ਾਰ ਕਰ ਰਿਹਾ ਹੈ। ਕਾਹਦੇ ਲਈ ਕਵਾਂਗੇ? ਤੁਹਾਡੇ ਵਿੱਚ ਜੋ ਨਮਰਤਾ ਹੋਣੀ ਚਾਹੀਦੀ, ਜੋ ਆਗਿਆਕਾਰੀ ਹੋਣੀ ਚਾਹੀਦੀ, ਤੁਹਾਡੇ ਜੀਵਨ 'ਚ ਜਿਹੜੀ ਟੁੱਟੀ ਹੋਈ ਸਥਿਤੀ ਹੈ, ਪਰਮੇਸ਼ਵਰ ਜਿੰਨਾ ਵੇਖਣਾ ਚਾਹੁੰਦੇ ਆ, ਅਗਰ ਉਹ ਨਾ ਵਿਖਾਈ ਦਵੇ ਤਾਂ ਉਹ ਦੇਰ ਕਰੇਗਾ। ਉਹ ਪਾਣੀ ਜਿੰਨਾ ਵਧਣਾ ਚਾਹੀਦਾ ਹੈ ਉਹਨਾਂ ਵਧਣ ਤੱਕ ਉਹ ਗੇਟ ਨਹੀਂ ਖੋਲਦੇ ਆ ਨਾ। ਤੁਹਾਡੇ 'ਚ ਨਮਰਤਾ ਜਿੰਨੀ ਹੋਣੀ ਚਾਹੀਦੀ ਹੈ, ਉਹਦੇ ਵਧਣ ਤੱਕ ਆਗਿਆਕਾਰੀ ਜਿੰਨੀ ਹੋਣੀ ਚਾਹੀਦੀ ਆ, ਅਗਰ ਉਹ ਨਾ ਦਿਖਾਈ ਦਵੇ, ਟੁੱਟਿਆ ਫੁੱਟਿਆ ਮਨ, ਪਰਮੇਸ਼ਵਰ ਜਿੰਨਾ ਚਾਹੁੰਦਾ ਹੈ, ਅਗਰ ਉਹ ਨਾ ਵਿਖੇ, ਪਰਮੇਸ਼ਵਰ ਇੰਤਜ਼ਾਰ ਕਰੇਗਾ। ਜਿਹੜੀ ਦੇਰੀ ਹੋ ਰਹੀ ਆ ਪਰਮੇਸ਼ਵਰ ਦੇ ਹੱਥ ਵਿੱਚ ਨਹੀਂ ਆ, ਤੁਹਾਡੇ ਹੱਥ ਵਿੱਚ। ਜਦ ਤੱਕ ਉਸ ਸਮੇਂ ਤੱਕ, ਪਰਮੇਸ਼ਵਰ ਦੇ ਠਹਿਰਾਏ ਹੋਏ ਸਮੇਂ ਤੱਕ ਤੁਹਾਡੀ ਆਤਮਿਕਤਾ ਬਣੇਗੀ, ਤੁਹਾਡੀਆਂ ਆਸ਼ੀਸ਼ਾਂ ਦੇ ਗੇਟਾਂ ਨੂੰ ਪਰਮੇਸ਼ਵਰ ਖੋਲ ਦੇਗਾ। ਜਿਵੇਂ ਹੀ ਗੇਟ ਖੋਲੇ ਜਾਣਗੇ, ਲੱਖਾਂ ਏਕੜ ਤੱਕ ਪਾਣੀ ਪਹੁੰਚੇਗਾ, ਫਸਲਾਂ ਹੋਣਗੀਆਂ, ਉਪਜ ਹੋਏਗੀ। ਮਿੱਤਰੋ, ਆਸ਼ੀਸ਼ਾਂ ਦੇ ਗੇਟਾਂ ਨੂੰ ਪਰਮੇਸ਼ਵਰ ਤੁਹਾਡੇ ਜੀਵਨ ਦੇ ਵਿੱਚ ਖੋਲਣਾ ਚਾਹੁੰਦਾ, ਆਸ ਕਰ ਰਿਹਾ ਹੈ। ਦੇਰੀ ਦਾ ਕਾਰਨ ਹੈ ਤੁਹਾਡੀ ਅਨਾਗਿਆਕਾਰੀਤਾ, ਦੇਰੀ ਦਾ ਕਾਰਨ ਹੈ ਤੁਹਾਡਾ ਘਮੰਡ, ਦੇਰੀ ਦਾ ਕਾਰਨ ਹੈ ਤੁਹਾਡੀ ਢਿਠਾਈ। ਢਿਠਾਈ ਦਾ ਵਿਰੋਧੀ ਸ਼ਬਦ ਹੈ ਨਮਰਤਾ ਦਾ ਸੁਭਾਅ, ਉਹੀ ਟੁੱਟਿਆ ਹੋਇਆ ਸੁਭਾਅ। ਘਮੰਡ ਦੇ ਉਲਟ ਨਮਰਤਾ ਹੈ। ਅਨਆਗਿਆਕਾਰੀਤਾ ਦੇ ਉਲਟ ਹੈ ਆਗਿਆਕਾਰੀ। ਅੱਜ ਤੁਹਾਡੇ ਵਿੱਚ ਕੁਝ ਨਾ ਕੁਝ ਅਨਾਗਿਆਕਾਰੀ ਹੈ, ਕੁਝ ਨਾ ਕੁਝ ਘਮੰਡ ਹੈ, ਕੁਝ ਨਾ ਕੁਝ ਕਠੋਰਤਾ ਦਾ ਸੁਭਾਅ ਹੈ। ਉਹੀ ਪਰਮੇਸ਼ਵਰ ਆਸ਼ੀਸ਼ਾਂ ਦੇ ਗੇਟਾਂ ਨੂੰ ਨਾ ਖੁੱਲੇ ਰੁਕਾਵਟ ਦਾ ਕਾਰਨ ਬਣ ਰਿਹਾ ਹੈ। ਅੱਜ ਪ੍ਰਭੂ ਨੂੰ ਕਹੋਗੇ, ਜਿਹੜੀ ਆਗਿਆਕਾਰੀ ਤੁਸੀਂ ਚਾਹੁੰਦੇ ਹੋ, ਜਿਹੜੀ ਨਮਰਤਾ ਤੁਸੀਂ ਚਾਹੁੰਦੇ ਹੋ, ਤੁਸੀਂ ਜਿਹੜਾ ਟੁੱਟਿਆ ਤੇ ਪੀਸਿਆ ਹੋਇਆ ਮਨ ਚਾਹੁੰਦੇ ਹੋ, ਮੈਨੂੰ ਦੇ ਪਿਤਾ। ਕਿਉਂ ਦੇ? ਕਿਉਂਕਿ ਸਭ ਕੁਝ ਟੁੱਟਿਆ ਹੋਇਆ ਹੈ ਪਿਤਾ, ਸਭ ਕੁਝ ਬਰਬਾਦ ਹੋ ਗਿਆ ਪਿਤਾ, ਸਭ ਕੁਝ ਬੰਜਰ ਜ਼ਮੀਨ ਤਰ੍ਹਾਂ ਦਿਖਾਈ ਦੇ ਰਿਹਾ ਹੈ। ਆਸ਼ੀਸ਼ਾਂ ਨੂੰ ਵੇਖਣਾ ਹੈ ਚਾਹ ਕੇ, ਬੜੇ ਸਮੇਂ ਤੋਂ ਇੰਤਜ਼ਾਰ ਕਰ ਰਿਹਾ ਹਾਂ ਪਿਤਾ। ਕੀ ਕਹਿਣ ਵਾਲਾ ਕੋਈ ਹੈ? ਆਓ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰਾਂਗੇ ਅਤੇ ਪ੍ਰਭੂ ਤੋਂ ਮੰਗਾਂਗੇ, ਨਮਰਤਾ ਨਾਲ, ਆਗਿਆਕਾਰੀਤਾ ਦੇ ਨਾਲ, ਟੁੱਟੇ ਤੇ ਪੀਸੇ ਹੋਏ ਮਨ ਦੇ ਨਾਲ ਪ੍ਰਾਰਥਨਾ ਕਰਾਂਗੇ। ਮਹਾਨ ਪ੍ਰੇਮੀ ਪਰਮੇਸ਼ਵਰ ਪਿਤਾ, ਬਹੁਤ ਹੀ ਸਪਸ਼ਟ ਸਾਡੇ ਨਾਲ ਗੱਲਾਂ ਕਰਨ ਲਈ ਤੁਹਾਡਾ ਧੰਨਵਾਦ। ਇੱਕ ਵਿਅਕਤੀ ਨੂੰ ਜੇ ਤੁਸੀਂ ਆਸ਼ੀਸ਼ ਦੇਣੀ ਹੈ, ਵਧਾਉਣਾ ਹੈ, ਉਸ ਤੋਂ ਪਹਿਲਾਂ ਉਸ ਵਿਅਕਤੀ ਦੇ ਅੰਦਰ ਟੁੱਟਿਆ ਤੇ ਪੀਸਿਆ ਹੋਇਆ ਮਨ ਹੋਣਾ ਚਾਹੀਦਾ ਹੈ। ਆਗਿਆਕਾਰੀਤਾ ਦਾ ਗੁਣ ਹੋਣਾ ਚਾਹੀਦਾ। ਇਹ ਗੁਣ ਜਿਹਦੇ ਵਿੱਚ ਹੋਏਗਾ, ਜ਼ਰੂਰ ਪ੍ਰਭੂ ਜੀ ਤੁਸੀਂ ਉਸ ਨੂੰ ਆਸ਼ੀਸ਼ ਦਿਓਗੇ। ਪਿਤਾ, ਅੱਜ ਅਸੀਂ ਜਿਸ ਨੂੰ ਵੀ ਜਾਂਚ ਕੇ ਵੇਖੀਏ, ਯੂਸਫ ਹੋ ਸਕਦਾ ਹੈ, ਦਾਊਦ ਹੋ ਸਕਦਾ ਹੈ, ਮੂਸਾ ਹੋ ਸਕਦਾ ਹੈ, ਯੀਸ਼ੂ ਮਸੀਹ ਹੋ ਸਕਦੇ ਆ। ਇਹਨਾਂ ਸਾਰਿਆਂ ਦੇ ਜੀਵਨ 'ਚ ਇੱਕ ਖਾਸ ਗੱਲ ਵੇਖਦੇ ਹਾਂ, ਉਹਨਾਂ ਦੇ ਘਰ ਵਾਲਿਆਂ ਨੇ ਹੀ ਉਹਨਾਂ ਨਾਲ ਵੈਰ ਰੱਖਿਆ ਸੀ। ਪਿਤਾ ਜੀ, ਗਲਤ ਸਮਝਣਾ ਅਸੀਂ ਵੇਖਿਆ, ਅਨਿਆਏ ਕਰਦੇ ਹੋਏ ਅਸੀਂ ਵੇਖਿਆ, ਅਤੇ ਫਿਰ ਵੀ ਘਮੰਡ ਦੇ ਲਈ ਬਿਲਕੁਲ ਵੀ ਜਗ੍ਹਾ ਨਾ ਦੇ ਕੇ, ਗੁੱਸੇ ਨੂੰ ਬਿਲਕੁਲ ਵੀ ਜਗ੍ਹਾ ਨਾ ਦੇ ਕੇ, ਧੀਰਜ ਅਤੇ ਸਹਿਣ ਦੇ ਸੁਭਾਅ ਨੂੰ, ਤੁਹਾਡੀ ਇੱਛਾ ਤੇ ਤੁਹਾਡੀ ਆਤਮਿਕਤਾ ਦੇ ਅਧੀਨ ਰਹਿਣ ਦਾ ਸੁਭਾਅ, ਇਹੀ ਨਹੀਂ ਟੁੱਟੇ ਅਤੇ ਪੀਸੇ ਹੋਏ ਮਨ ਨੂੰ ਵਿਖਾਉਣ ਦਾ ਸੁਭਾਅ,
ਇਹ ਸਾਰਿਆਂ 'ਚ ਅਸੀਂ ਵੇਖਿਆ ਪਿਤਾ, ਜਿਵੇਂ ਇਹ ਇਸਤੇਮਾਲ ਹੋਏ, ਅਗਰ ਸਾਨੂੰ ਵੀ ਇਸਤੇਮਾਲ ਕਰੋਗੇ, ਇਹਨਾਂ ਦਾ ਸੁਭਾਅ ਤੁਹਾਡੇ ਪੁੱਤਰ ਯੀਸ਼ੂ ਮਸੀਹ ਦਾ ਸੁਭਾਅ ਵੀ ਸਾਡੇ 'ਚ ਆ ਜਾਏ। ਐਸੇ ਜੀਵਨ ਦੇ ਲਈ ਤੁਹਾਡੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਨ ਵਾਲੇ ਹਰ ਇੱਕ ਸ਼ਖਸ ਨੂੰ ਨਮਰਤਾ ਨਾਲ, ਦੀਨਤਾ ਨਾਲ, ਟੁੱਟੇ ਹੋਏ ਮਨ ਨਾਲ ਤੁਸੀਂ ਭਰ ਦਿਓ ਅਤੇ ਇਸਤੇਮਾਲ ਕਰੋ ਲੋਕਾਂ ਲਈ ਨਮੂਨੇ ਦਾ ਕਾਰਨ ਅਤੇ ਤੁਹਾਡੀ ਮਹਿਮਾ ਲਈ ਜੀਣ ਦਾ ਅਨੁਗ੍ਰਹਿ ਕਰੋ। ਯੀਸ਼ੂ ਦੇ ਨਾਮ 'ਚ ਮੰਗਦੇ ਹਾਂ ਪਿਤਾ, ਆਮੀਨ। आप सबको शलोम। मेरा नाम अजय कुमार है। मैं प्रभु का भय मानना छोड़ दिया और अपने मर्जी के अनुसार जीता था। मुझे गुस्सा जल्दी आती थी, इसके कारण हमारे घर में हर समय झगड़े होते थे। अगर कोई लड़की मुझे दिखाई दे तो मैं उनको बुरी नज़र से देखता था, मन में गंदे सोच और विचार लाता था। मेरा हृदय सारा पाप से भरा हुआ था, लेकिन एक भक्त जैसे नाटक करता था। हमारे पिताजी बहुत शराब पीते थे। उनकी तबीयत बिगड़ गई और हॉस्पिटल में उनकी मृत्यु हो गई। तब से हमारे घर में मुश्किलें बढ़ गए। आर्थिक समस्याओं के कारण हमारे घर में झगड़े होते थे, सुख शांति नहीं रहती थी। मेरे गलत सोच और विचार के कारण और घर में झगड़ों के कारण मैं प्रभु के मार्गों पर चल नहीं पाता था। ऐसे वाले समय में मैं अपने दोस्त के मोबाइल में कलवरी टेम्पल का वचन सुना। वचन सुनकर मुझे पता चला ये वचन मेरे जीवन को ज़रूर सुधारेगा, और अगले रविवार ही मैं कलवरी टेम्पल गया। उस दिन चर्च में वचन के द्वारा प्रभु के दास चेतावनी दिए। उस भयानक नरक दी अग तो बचाना है, छुड़ाना है। इस ਲਈ ਯੀਸ਼ੂ ਮਸੀਹ ਨੂੰ ਪਿਤਾ ਪਰਮੇਸ਼ਵਰ ਨੇ ਮਰਨ ਦੇ ਲਈ ਭੇਜ ਦਿੱਤਾ। ਐਨੇ ਵੱਡੇ ਬਲੀਦਾਨ ਨੂੰ ਕਰਨ ਤੋਂ ਬਾਅਦ, ਆਪਣੇ ਪੁੱਤਰ ਨੂੰ ਹੀ ਮਰਨ ਦੇ ਲਈ ਸੌਂਪਣ ਤੋਂ ਬਾਅਦ, ਜੇ ਤੁਸੀਂ ਅੱਜ ਵੀ ਗੁਨਾਹ 'ਚ ਜੀਓਗੇ, ਜੇ ਅੱਜ ਵੀ ਆਪਣੀ ਮਨਮਰਜ਼ੀ ਕਰੋਗੇ, ਤਾਂ ਉਸ ਪਰਮੇਸ਼ਵਰ ਦੇ ਪਿਆਰ ਨੂੰ ਨਾ ਸਮਝ ਕੇ, ਉਹਦੇ ਬਲੀਦਾਨ ਨੂੰ ਮਹੱਤਵ ਨਾ ਦੇ ਕੇ, ਜੇ ਹੁਣ ਵੀ ਗਲਤ ਰਾਹ ਤੇ ਚੱਲੋਗੇ ਤਾਂ, ਬੁਰਾ ਜੀਵਨ ਜੀਓਗੇ ਤਾਂ, ਪਰਮੇਸ਼ਵਰ ਦੁਆਰਾ ਕੀਤੀ ਹੋਈ ਭਲਾਈ, ਉਹਦੇ ਦੁਆਰਾ ਕੀਤੇ ਤਿਆਗ, ਕੀਤੇ ਹੋਏ ਬਲੀਦਾਨ ਦੇ ਨਾਲ ਕੀ ਤੁਹਾਨੂੰ ਕੋਈ ਫਾਇਦਾ ਹੋਵੇਗਾ? इस गल पे विचार करो। इतने दिन जो मैं एक भक्त के जैसे नाटक कर रहा था, वचन के द्वारा सीधे प्रभु मुझे बता दिए, मेरे गुस्से को और बुरे सोच विचारों को निकाल दीजिए। ऐसे मैं प्रभु से पश्चाताप करते हुए प्रार्थना किया। तब से नियमित रूप से चर्च जाते हुए, वचन सुनते हुए आत्मिक रूप से मैं आगे बढ़ रहा हूँ, और अब मैं अपने सारे बुरे आदतों को छोड़ दिया। अगर अब मुझे कोई स्त्री दिखाई देने से बुरे विचार नहीं ला रहा हूँ। अब मैं गुस्सा बिल्कुल नहीं कर रहा हूँ। घर में हम सुख शांति से रह रहे हैं। जब मैं अच्छी तरह से जीवन बिताना शुरू किया, हमारे घर वाले मेरी शादी करना चाहते थे। मैं प्रभु पर विश्वास करता था और चाहता था कि मुझे भी एक अच्छी विश्वासी पत्नी मिले। ये बात हमारे रिश्तेदारों को पसंद नहीं था। अगर आप मसीही शादी करोगे तो आपको बच्चे बिल्कुल नहीं होंगे, इस तरह से वो मुझसे कहते थे, लेकिन मैं उनके बातों पर बिल्कुल ध्यान नहीं देता था। प्रभु मेरे जीवन में आश्चर्य कार्य किए। एक विश्वासी स्त्री से मेरी शादी धूमधाम से करवाए। शादी के बाद भी प्रभु हमें बहुत आशीष दिए, हमें एक बेटी दिए। पहले मेरे रिश्तेदार मुझे अपमानित करते थे, अब वो प्रभु को महिमा दे रहे हैं। पहले हमारे पास खाने के लिए भी ठीक से भोजन नहीं रहता था, लेकिन अब प्रभु उस कमी को दूर किए, और प्रभु हम दोनों को, मुझे और मेरी पत्नी को, अच्छी नौकरी दिए। प्रभु हमें इतना आशीष दिए। हम चाहते थे कि हम प्रभु का सुसमाचार सुनाएं, और हम दोनों की तनख्वाह में से पैसों को इकट्ठा करके अब तक हम 4 बार प्रभु का सुसमाचार सबको सुनाए। पहले हमारा जीवन कमी घटियों से भरा हुआ था, लेकिन आज प्रभु हमारे जीवन में आशीषों से भर दिए। जहीराबाद में जब प्रभु का भवन निर्माण हो रहा था, प्रभु इसके लिए भेंट देने में मेरी सहायता किए।
प्रभु के दास कलीसिया के लोगों से इतना प्रेम करते हैं। ऐसे कलीसिया में रहना हमारे लिए आशीषदायक है। हमारे परिवार के साथ और हमारे हर एक कामों में यीशु हमारे साथ है, इसलिए हम खुशी से जीवन बिता रहे हैं। सच्चे परमेश्वर के बारे में मुझे बताइए। प्रभु के दास सतीश कुमार जी को मेरा धन्यवाद। मेरे जीवन को सुधारे, मेरे पापों को उनके लहू से धोए। यीशु को सारी महिमा, आदर और गौरव मिले। ਗੰਦਗੀ ਨਾਲ ਅਤੇ ਗੁੱਸੇ ਨਾਲ ਆਪਣੇ ਜੀਵਨ ਨੂੰ ਬਰਬਾਦ ਕਰਨ ਵਾਲੇ ਇੱਕ ਜਵਾਨ ਦਾ ਜੀਵਨ ਪਰਮੇਸ਼ਵਰ ਦੇ ਵਚਨ ਦੇ ਦੁਆਰਾ ਕਿਸ ਤਰ੍ਹਾਂ ਪਵਿੱਤਰ ਕੀਤਾ ਗਿਆ। ਉਹ ਜਵਾਨ ਦੇ ਜੀਵਨ ਦੇ ਵਿੱਚ ਵਿਵਹਾਰ ਦੇ ਵਿੱਚ ਸੁਧਾਰ ਆਇਆ ਹੈ, ਅਸੀਂ ਵੇਖਿਆ ਹੈ। ਪਰਮੇਸ਼ਵਰ ਦੇ ਵਚਨ ਦੇ ਵਿੱਚ ਪਾਪੀ ਇਨਸਾਨ ਨੂੰ ਪਵਿੱਤਰ ਕਰਨ ਦੀ ਸਾਮਰਥ ਹੈ। ਜੇ ਅੱਜ ਵੀ ਤੁਸੀਂ ਗੁਨਾਹ ਕਰਦੇ ਹੋਏ ਅਤੇ ਪਾਪਮਈ ਜੀਵਨ ਜੀਂਦੇ ਹੈ ਤਾਂ ਅਤੇ ਨਾਸ਼ ਹੋ ਰਹੇ ਹੋ ਅਤੇ ਨਰਕ ਜਾ ਰਹੇ ਹੋ ਤਾਂ, ਜੇ ਦੌੜ ਲਗਾ ਰਹੇ ਹੋ ਤਾਂ ਮੇਰੇ ਭੈਣੋ ਅਤੇ ਭਰਾਵੋ, ਇਹ ਸਹੀ ਸਮੇਂ ਹੈ। ਉद्धार ਦਾ ਦਿਨ ਹੈ। ਪ੍ਰਭੂ ਯੀਸ਼ੂ ਮਸੀਹ ਦੇ ਦੇਣ ਵਾਲੇ ਪਵਿੱਤਰ ਜੀਵਨ ਨੂੰ ਪਾਲੋ। ਮੈਂ ਇਹ ਕਹਿ ਕੇ ਬੇਨਤੀ ਕਰ ਰਿਹਾ ਹਾਂ। ਉਸ ਬ੍ਰਦਰ ਦੇ ਜੀਵਨ 'ਚ ਜਦੋਂ ਸੁਧਾਰ ਆਇਆ, ਉਹ ਕਿਸ ਤਰ੍ਹਾਂ ਨਾਲ ਆਪਣੇ ਪਰਿਵਾਰ ਦੇ ਲਈ ਆਸ਼ੀਸ਼ ਦਾ ਅਤੇ ਆਨੰਦ ਦਾ ਕਾਰਨ ਬਣਿਆ ਅਤੇ ਉਹ ਜਿਹਦੇ ਲਈ ਜੀਵਨ ਜੀ ਰਿਹਾ ਸੀ, ਅਸੀਂ ਉਹ ਵੇਖਿਆ ਹੈ। ਵਚਨ ਨੇ ਉਹਦਾ ਜੀਵਨ ਸੁਧਾਰਿਆ ਹੈ, ਇਸ ਲਈ ਵਚਨ ਨੂੰ ਲੱਖਾਂ ਲੋਕਾਂ ਨੇ ਸੁਣਨਾ ਹੈ। ਇਸ ਲਈ ਉਸਨੇ ਕਲਵਰੀ ਆਵਾਜ਼ ਦੇ ਦੁਆਰਾ ਵਚਨ ਨੂੰ ਪਹੁੰਚਾਉਣ ਦੀ ਸਹਾਇਤਾ ਕੀਤੀ, ਅਸੀਂ ਵੇਖਿਆ ਹੈ। ਉद्धार ਪਾਏ ਹੋਏ ਹਰ ਵਿਅਕਤੀ ਨੇ ਨਾਸ਼ ਹੋਣ ਵਾਲੇ ਦੂਸਰੇ ਲੋਕਾਂ ਨੂੰ ਮਸੀਹ ਦੇ ਪਿਆਰ ਨੂੰ ਕੰਮਾਂ 'ਚ ਵਿਖਾਉਣਾ ਹੈ। ਮਸੀਹ ਦੇ ਸੁਸਮਾਚਾਰ ਦਾ ਪ੍ਰਚਾਰ ਕਰਨਾ ਹੈ। ਇਸ ਆਗਿਆ ਨੂੰ ਪਰਮੇਸ਼ਵਰ ਨੇ ਸਾਨੂੰ ਦਿੱਤੀ ਹੈ। ਇਸ ਆਗਿਆ ਨੂੰ ਗ੍ਰਹਿਣ ਕਰਨ ਵਾਲੇ ਕਲਵਰੀ ਟੈਂਪਲ ਦੇ ਮੈਂਬਰ ਉਸੇ ਤਰ੍ਹਾਂ ਇਸ ਦੀਨ ਸੇਵਕ ਦੇ ਸੰਦੇਸ਼ਾਂ ਦੁਆਰਾ ਆਤਮਿਕ ਤੌਰ ਤੇ ਆਸ਼ੀਸ਼ ਪਾਉਣ ਵਾਲੇ ਇਸ ਕਰੋਨਾ ਕਾਲ ਦੇ ਵਿੱਚ ਬਿਨਾਂ ਰੋਕੇ ਵੀ ਸੁਸਮਾਚਾਰ ਦੇ ਲਈ ਮਦਦ ਕਰ ਰਹੇ ਆ। ਇਸੇ ਲਈ ਕਲਵਰੀ ਆਵਾਜ਼ ਦੇ ਟੀਵੀ ਪ੍ਰੋਗਰਾਮ ਨੂੰ ਬਿਨਾਂ ਰੋਕੇ ਬੰਦ ਕੀਤੇ ਬਿਨਾਂ ਹਰ ਭਾਸ਼ਾ ਜਾਣੇ 16 ਭਾਸ਼ਾ 'ਚ ਸੁਸਮਾਚਾਰ ਪ੍ਰਚਾਰ ਕੀਤਾ ਜਾ ਰਿਹਾ। ਇਹਦਾ ਖਾਸ ਕਾਰਨ ਇਹ ਹੈ ਕਿ ਇਸ ਤਰ੍ਹਾਂ ਦੇ ਧੰਨਵਾਦੀ ਲੋਕ ਪਰਮੇਸ਼ਵਰ ਦੁਆਰਾ ਕੀਤੀਆਂ ਆਸ਼ੀਸ਼ਾਂ ਲਈ ਮੈਂ ਕੀ ਦੇ ਸਕਦਾ ਹਾਂ। ਉਸਨੇ ਪਾਪੀ ਜੀਵਨ ਨੂੰ ਪਵਿੱਤਰ ਕੀਤਾ ਅਤੇ ਨਰਕ ਵਾਲੇ ਪਰਿਵਾਰ ਨੂੰ ਸੁਧਾਰ ਦਿੱਤਾ। ਇਸ ਤਰ੍ਹਾਂ ਉਸ ਭਰਾ ਨੇ ਧੰਨਵਾਦੀ ਤੌਰ ਤੇ ਕਲਵਰੀ ਆਵਾਜ਼ ਦੀ ਸਹਾਇਤਾ ਕੀਤੀ। ਧੰਨਵਾਦੀ ਜੀਵਨ ਹੈ ਐਸਾ ਧੰਨਵਾਦੀ ਜੀਵਨ। ਅਗਰ ਹੈ ਤਾਂ ਅਸੀਂ ਚੁੱਪ ਕਿਵੇਂ ਰਵਾਂਗੇ। ਧੰਨਵਾਦੀ ਹੋ ਕੇ ਆਪਣੇ ਕੰਮਾਂ ਦੇ ਵਿੱਚ ਧੰਨਵਾਦ ਨੂੰ ਦਿਖਾਓ ਤਾਂ ਕਿੰਨਾ ਚੰਗਾ ਹੋਵੇਗਾ। ਇੱਕ ਪਾਸੇ ਤੁਹਾਡੇ ਜੀਵਨ ਨੂੰ ਮਸੀਹ ਦੀ ਸਮਾਨਤਾ ਦੇ ਵਿੱਚ ਬਦਲਣ ਦੇ ਲਈ ਪਵਿੱਤਰ ਆਤਮਾ ਦੇ ਅੱਗੇ ਪ੍ਰਾਰਥਨਾ ਕਰੋ। ਉਸੇ ਤਰ੍ਹਾਂ ਮਸੀਹ ਦੇ ਸੁਸਮਾਚਾਰ ਅਤੇ ਸੰਦੇਸ਼ਾਂ ਨੂੰ ਲੱਖਾਂ ਲੋਕਾਂ ਤੱਕ ਪਹੁੰਚਾਓ।